ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਬਾਰੇ ਵੱਡੀ ਖਬਰ। ਧੋਖਾ ਕਰਨ ਵਾਲੇ ਏਜੰਟ ਨੂੰ ਕੀਤਾ ਗਿਰਫਤਾਰ। ਹਰਦੀਪ ਸਿੰਘ ਨਿੱਜਰ ਦਾ ਅੰਤਿਮ ਸੰਸਕਾਰ। ਸੰਗਤਾਂ ਨੇ ਦਿੱਤੀ ਸ਼ਰਧਾਂਜਲੀ। ਵੱਧ ਭਾਰਤੀ ਕੈਨੇਡਾ ਵਿੱਚ ਨਹੀਂ ਹਨ ਪੀਆਰ। ਕਿਉਂ ਵੱਧ ਭਾਰਤੀਆਂ ਨੂੰ ਨਹੀਂ ਮਿਲੀ ਕੈਨੇਡਾ ਦੀ ਪੀਆਰ? ਨਸ਼ੇ ਨੇ ਲਈ 1000 ਤੋਂ ਵੱਧ ਲੋਕਾਂ ਦੀ ਜਾਨ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਆਈ ਜਾਣਕਾਰੀ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਹਨਾਂ ਵਿਦਿਆਰਥੀਆਂ ਦੇ ਨਾਲ ਧੋਖਾ ਕਰਨ ਵਾਲੇ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ। ਬ੍ਰਿਜੇਸ਼ ਮਿਸ਼ਰਾ ਦੀ ਗ੍ਰਿਫਤਾਰੀ ਹੋਈ ਹੈ। ਦੱਸ ਦਈਏ ਕਿ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫਰਜ਼ੀ ਦਾਖਲਾ ਪੱਤਰ ਮਾਮਲੇ ਦੇ ਵਿੱਚ CBSE ਵੱਲੋਂ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ। ਜੀ ਹਾਂ, ਕੈਨੇਡਾ ਵਿੱਚ ਫਰਜ਼ੀ ਦਾਖਲਾ ਪੱਤਰ ਲਗਾ ਕੇ ਕੈਨੇਡਾ ਦਾ ਸਟੱਡੀ ਵੀਜ਼ਾ ਲੈਣ ਦੇ ਮਾਮਲੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਭਾਰਤੀ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਉਸ ਉੱਪਰ ਇਮੀਗ੍ਰੇਸ਼ਨ ਨਾਲ ਸੰਬੰਧਿਤ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਦੱਸੀਏ ਕਿ ਕੈਨੇਡਾ ਵਿੱਚ ਡੈਪੂਟੇਸ਼ਨ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਵੱਲੋਂ ਬ੍ਰਿਜੇਸ਼ ਮਿਸ਼ਰਾ ਉੱਪਰ ਜਾਲੀ ਐਡਮਿਸ਼ਨ ਲੈਟਰ ਲਗਾ ਕੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ਕਾਰਵਾਈ ਵਾਸਤੇ CBSE ਦਾ ਧੰਨਵਾਦ ਕਰਦਿਆਂ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਨੇ ਕਿਹਾ ਕਿ ਸਾਡੀ ਸਰਕਾਰ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕਰ ਰਹੀ ਹੈ ਜੋ ਧੋਖਾਧੜੀ ਦੇ ਲਈ ਜ਼ਿੰਮੇਵਾਰ ਹਨ, ਜੋ ਕਿ ਉਹਨਾਂ ਦੀ ਸੁਰੱਖਿਆ ਕਰ ਰਹੇ ਨੇ, ਜੋ ਕਿ ਇੱਥੇ ਆਪਣੀ ਪੜ੍ਹਾਈ ਕਰਨ ਵਾਸਤੇ ਆਏ ਹਨ। ਦੱਸ ਦੇਈਏ ਕਿ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਸਮੇਂ ਵਿਦਿਆਰਥੀ ਕਿਸੇ ਕਾਲਜ ਤੋਂ ਆਫਰ ਲੈਟਰ ਲੈ ਕੇ ਫੀਸ ਭਰਦੇ ਹਨ ਤੇ ਵੀਜ਼ੇ ਵਾਸਤੇ ਆਪਣੀ ਅਰਜ਼ੀ ਦਿੰਦੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਵੱਲੋਂ ਫਰਜ਼ੀ ਦਾਖਲਾ ਪੱਤਰ ਲਗਾ ਕੇ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਉੱਪਰ ਰੋਕ ਲਗਾ ਦਿੱਤੀ ਗਈ ਹੈ। ਹੁਣ ਅੱਗੇ ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਹਰਦੀਪ ਸਿੰਘ ਨਿੱਜਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਗੁਰਦੁਆਰੇ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਪਾਰਕਿੰਗ ਲਾਟ ਵਿੱਚ ਕਤਲ ਕੀਤਾ ਗਿਆ ਸੀ। ਆਈਹਿਟ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸੰਗਤਾਂ ਪਹੁੰਚੀਆਂ, ਜਿਨ੍ਹਾਂ ਵੱਲੋਂ ਨਿੱਜਰ ਨੂੰ ਸ਼ਰਧਾਂਜਲੀ ਦਿੱਤੀ ਗਈ। ਹਰਦੀਪ ਨਿੱਜਰ ਨੂੰ ਸਿੱਖ ਭਾਈਚਾਰੇ ਵੱਲੋਂ ਅੰਤਿਮ ਵਿਦਾਇਗੀ ਦਿੱਤੀ ਗਈ ਹੈ। ਲੰਘੇ ਐਤਵਾਰ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦੇ ਅੰਤਿਮ ਸੰਸਕਾਰ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਾਮਿਲ ਹੋਈਆਂ। ਦੱਸਦੀਏ ਕਿ ਨਿੱਜਰ ਨੂੰ 18 ਜੂਨ ਨੂੰ ਗੁਰਦੁਆਰੇ ਦੀ ਪਾਰਕਿੰਗ ਲਾਟ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨਿੱਜਰ ਦੀ ਉਮਰ 45 ਸਾਲ ਸੀ। ਇਸ ਮੌਕੇ ਸਿੱਖ ਫਾਰ ਜਸਟਿਸ ਦੇ ਡਾਇਰੈਕਟਰ ਨੇ ਕਿਹਾ ਕਿ ਗੁਰਦੁਆਰਾ ਸਿੱਖ ਭਾਈਚਾਰੇ ਵਾਸਤੇ ਪੂਜਾ ਪਾਠ ਦਾ ਸਥਾਨ ਹੈ। ਉਹਨਾਂ ਦਾ ਕਹਿਣਾ ਹੈ ਕਿ ਗੁਰਦੁਆਰੇ ਵਿੱਚ ਪ੍ਰਧਾਨ ਨੂੰ ਨਿਸ਼ਾਨਾ ਬਣਾਉਣਾ ਇੱਕ ਸੰਦੇਸ਼ ਹੈ ਕਿ ਉਹ ਸਾਨੂੰ ਕਿਤੇ ਵੀ ਨਿਸ਼ਾਨਾ ਬਣਾਉਣਗੇ। ਐਤਵਾਰ ਨੂੰ ਹੋਏ ਅੰਤਿਮ ਸੰਸਕਾਰ ਵਿੱਚ ਸੰਗਤਾਂ ਵੱਲੋਂ ਹਿੱਸਾ ਲਿਆ ਗਿਆ। ਫੈਡਰਲ ਪਬਲਿਕ ਸੇਫਟੀ ਮਿਨਿਸਟਰ ਨੂੰ ਵੀ ਨਿੱਜਰ ਦੇ ਮਾਮਲੇ ਦੇ ਵਿੱਚ ਸਵਾਲ ਪੁੱਛਿਆ ਗਿਆ ਸੀ, ਪਰ ਉਹਨਾਂ ਵੱਲੋਂ ਇਸ ਦਾ ਸਿੱਧਾ ਜਵਾਬ ਨਹੀਂ ਦਿੱਤਾ ਗਿਆ। ਮਾਮਲੇ ਦੇ ਸੰਬੰਧ ਵਿੱਚ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਟਵਿੱਟਰ ਦੇ ਉੱਪਰ ਵੀ ਅਪਡੇਟ ਸਾਂਝੀ ਕੀਤੀ ਗਈ। ਕੈਨੇਡਾ ਤੋਂ ਪੀਆਰ ਬਾਰੇ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਕੈਨੇਡਾ ਅੰਦਰ ਨਾਨ ਪੀਆਰ ਵਿੱਚ ਭਾਰਤੀ ਸਭ ਤੋਂ ਅੱਗੇ ਹਨ। ਜੀ ਹਾਂ, ਕੈਨੇਡਾ ਵਿੱਚ ਰਹਿ ਰਹੇ ਨਾਨ ਪੀਆਰ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀ ਮੂਲ ਦੇ ਵਿਅਕਤੀਆਂ ਦੀ ਹੈ। ਅੰਕੜੇ ਦੱਸਦੇ ਨੇ ਕਿ ਕੈਨੇਡਾ ਵਿੱਚ ਰਹਿਣ ਵਾਲੇ 28.5% ਨਾਨ ਪੀਆਰ ਦਾ ਜਨਮ ਭਾਰਤ ਵਿੱਚ ਹੋਇਆ। 10.5% ਨਾਨ ਪੀਆਰ ਚੀਨ ਵਿੱਚ ਜੰਮੇ ਨੇ। ਨਾਨ ਪੀਆਰ ਰੈਜ਼ੀਡੈਂਟਸ ਦੀ ਕੈਟਾਗਰੀ ਦੇ ਵਿੱਚ TR ਦੇ ਤੌਰ ਤੇ ਰਹਿ ਰਹੇ ਵਿਅਕਤੀ, ਜਿਵੇਂ ਕਿ ਇੰਟਰਨੈਸ਼ਨਲ ਸਟੂਡੈਂਟ, ਸੁਪਰ ਵੀਜ਼ਾ ਹੋਲਡਰ, ਸ਼ਰਨਾਰਥੀ ਦਾਅਵੇਦਾਰ ਅਤੇ ਵਰਕ ਪਰਮਿਟ ਹੋਲਡਰ ਆਦਿ ਆਉਂਦੇ ਨੇ। ਸੌਖੀ ਭਾਸ਼ਾ ਦੇ ਵਿੱਚ ਕੈਨੇਡਾ ਅੰਦਰ ਜੋ ਵਿਅਕਤੀ ਪੱਕੇ ਭਾਵ ਕਿ ਪੀਆਰ ਨਹੀਂ ਹਨ, ਉਹਨਾਂ ਨੂੰ ਇਸ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਹੈ। ਸਾਲ 2021 ਦੀ ਮਰਦਮਸ਼ੁਮਾਰੀ ਵਿੱਚ ਨਾਨ ਪੀਆਰ ਰੈਜ਼ੀਡੈਂਟਸ ਦੀ ਗਿਣਤੀ ਲਗਭਗ 1 ਮਿਲੀਅਨ ਸੀ, ਜੋ ਕਿ ਕੈਨੇਡਾ ਦੀ ਕੁੱਲ ਆਬਾਦੀ ਦਾ 2.5% ਹਿੱਸਾ ਹੈ। ਦੱਸ ਦਈਏ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੈਨੇਡਾ ਦੀ ਆਬਾਦੀ 40 ਮਿਲੀਅਨ ਦਾ ਅੰਕੜਾ ਪਾਰ ਕਰ ਗਈ ਹੈ। ਕੈਨੇਡਾ ਵਿੱਚ ਆਬਾਦੀ ਦੀ ਵਿਕਾਸ ਦਰ ਇਸ ਵੇਲੇ 2.7% ਹੈ ਤੇ 1957 ਤੋਂ ਬਾਅਦ ਦੀ ਸਭ ਤੋਂ ਵੱਧ ਸਾਲਾਨਾ ਦਰ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਰਿਪੋਰਟ ਮੁਤਾਬਕ ਨਾਨ ਪੀਆਰ ਬਾਕੀ ਕੈਨੇਡੀਅਨ ਆਬਾਦੀ ਨਾਲੋਂ ਘੱਟ ਉਮਰ ਦੇ ਨੇ। ਅੰਕੜਿਆਂ ਮੁਤਾਬਕ 10 ਵਿੱਚੋਂ 6 NPR 20 ਤੋਂ 34 ਸਾਲ ਦੀ ਉਮਰ ਦੇ ਨੌਜਵਾਨ ਨੇ
ਕੈਨੇਡੀਅਨ ਆਬਾਦੀ ਵਾਸਤੇ ਇਹ ਦਰ 18.4% ਹੈ। ਕੈਨੇਡਾ ਵਿਚਲੇ ਨਾਨ ਪੀਆਰ ਵਿੱਚ ਸਭ ਤੋਂ ਵੱਡੀ ਗਿਣਤੀ ਵਰਕ ਪਰਮਿਟ ਹੋਲਡਰਸ ਦੀ ਹੈ। ਅੰਕੜਿਆਂ ਮੁਤਾਬਕ 40.1% ਵਿਅਕਤੀਆਂ ਕੋਲ ਵਰਕ ਪਰਮਿਟ ਸੀ। ਸਟੱਡੀ ਪਰਮਿਟ ਵਾਲੇ ਵਿਅਕਤੀਆਂ ਦੀ ਗਿਣਤੀ 21.9% ਹੈ। ਇਮੀਗ੍ਰੇਸ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਬਿਨੇਕਾਰ 1 ਤੋਂ 3 ਸਾਲ ਤੱਕ ਦੀ ਵਰਕ ਪਰਮਿਟ ਨੂੰ ਲੈ ਕੇ ਕੈਨੇਡਾ ਆ ਰਹੇ ਨੇ। ਮਾਹਰਾਂ ਮੁਤਾਬਕ ਵਧੇਰੇ ਨੌਜਵਾਨ 2 ਸਾਲ ਦੀ ਪੜ੍ਹਾਈ ਲੈ ਕੇ ਕੈਨੇਡਾ ਆਉਂਦੇ ਨੇ, ਕਿਉਂਕਿ ਇਸ ਉਪਰੰਤ ਉਹਨਾਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਹੈ। ਸਟੱਡੀ ਵੀਜ਼ੇ ਤੇ ਆਏ ਹੋਏ ਐਨਪੀਆਰਸ ਵਧੇਰੇ ਗਿਣਤੀ ਭਾਰਤੀ ਹੈ। ਚੀਨ ਤੋਂ ਆਏ ਨੌਜਵਾਨਾਂ ਦੀ ਗਿਣਤੀ ਦੂਸਰੇ ਨੰਬਰ ਤੇ ਹੈ। ਇੱਕ ਰਿਪੋਰਟ ਮੁਤਾਬਕ ਸਾਲ 2015 ਤੋਂ ਸਾਲ 2021 ਦੌਰਾਨ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵੱਲੋਂ ਕੁੱਲ 13,13,524 ਸਟੱਡੀ ਵੀਜ਼ੇ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ 4,84,724 ਵੀਜ਼ੇ ਭਾਰਤੀ ਬਿਨੇਕਾਰਾਂ ਨੂੰ ਦਿੱਤੇ ਗਏ, ਜੋ ਕੁੱਲ ਜਾਰੀ ਕੀਤੇ ਗਏ ਵੀਜ਼ਿਆਂ ਦਾ ਲਗਭਗ 37% ਹਿੱਸਾ ਬਣਦਾ ਹੈ। ਅੰਕੜਿਆਂ ਮੁਤਾਬਕ ਸ਼ਰਨ ਲੈਣ ਦੀ ਅਰਜ਼ੀ ਦੇਣ ਵਾਲਿਆਂ ਚੋਂ ਨਾਈਜੀਰੀਆ ਮੂਲ ਦੇ 10.7% ਲੋਕ ਨੇ, ਜਦਕਿ ਭਾਰਤੀ ਮੂਲ ਦੇ ਸਿਰਫ 8.3% ਵਿਅਕਤੀ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਨਾਨ ਪੀਆਰ ਦੇ ਹੁਨਰ ਦੀ ਢੁਕਵੀਂ ਵਰਤੋਂ ਨਹੀਂ ਹੋ ਪਾ ਰਹੀ। ਦੇਖਣ ਨੂੰ ਮਿਲ ਰਿਹਾ ਹੈ ਕਿ ਐਨਪੀਆਰਸ ਉੱਚ ਸਿੱਖਿਆ ਪ੍ਰਾਪਤ ਹੋਣ ਦੇ ਬਾਵਜੂਦ ਅਜਿਹੇ ਕਿੱਤਿਆਂ ਵਿੱਚ ਕੰਮ ਕਰਦੇ ਨੇ ਜਿਨ੍ਹਾਂ ਵਾਸਤੇ ਲੋੜੀਂਦੀ ਵਿਦਿਅਕ ਯੋਗਤਾ ਘੱਟ ਹੈ। ਨਸ਼ੇ ਦੀ ਓਵਰਡੋਜ਼ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲੇ 5 ਮਹੀਨਿਆਂ ਦੌਰਾਨ ਡਰੱਗ ਓਵਰਡੋਜ਼ ਕਾਰਨ 1000 ਤੋਂ ਵੱਧ ਮੌਤਾਂ ਹੋਈਆਂ ਨੇ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ੀਲੀ ਦਵਾਈਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਇਸ ਸਾਲ ਦੇ ਪਹਿਲੇ 5 ਮਹੀਨਿਆਂ ਵਿੱਚ 1000 ਦਾ ਅੰਕੜਾ ਪਾਰ ਕਰ ਗਈ। ਬ੍ਰਿਟਿਸ਼ ਕੋਲੰਬੀਆ ਕਾਰਨਰਜ਼ ਸਰਵਿਸ ਵੱਲੋਂ ਇਸ ਬਾਰੇ ਦੱਸਿਆ ਗਿਆ ਕਿ ਇਕੱਲੇ ਮਈ ਮਹੀਨੇ ਵਿੱਚ ਹੀ ਗੈਰ ਨਿਯਮਿਤ ਨਸ਼ੀਲੀ ਦਵਾਈਆਂ ਦੀ ਓਵਰਡੋਜ਼ ਕਾਰਨ 176 ਮੌਤਾਂ ਹੋਈਆਂ, ਜਿਸ ਨਾਲ ਇਸ ਸਾਲ ਦੀ ਕੁੱਲ ਗਿਣਤੀ 1018 ਹੋ ਗਈ ਹੈ। ਕਾਰਨਰ ਸਰਵਿਸ ਨੇ ਕਿਹਾ ਕਿ 10 ਤੋਂ 59 ਸਾਲ ਦੀ ਉਮਰ ਦੇ ਲੋਕਾਂ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਨਸ਼ੀਲੀ ਦਵਾਈਆਂ ਦੀ ਓਵਰਡੋਜ਼ ਹੈ, ਜੋ ਕਿ ਕਤਲ, ਖੁਦਕੁਸ਼ੀ, ਦੁਰਘਟਨਾਵਾਂ ਅਤੇ ਬਿਮਾਰੀਆਂ ਕਰਕੇ ਹੋਈਆਂ ਕੁੱਲ ਮੌਤਾਂ ਨਾਲੋਂ ਵੀ ਵੱਧ ਹੈ। ਚੀਫ ਕਰੋਨਰ ਲੀਜ਼ਾ ਮੁਤਾਬਕ ਟੈਸਟ ਵਿੱਚ ਇਹ ਸਾਹਮਣੇ ਆਇਆ ਕਿ 10 ਤੋਂ 9 ਮਾਮਲਿਆਂ ਵਿੱਚ ਫੈਂਟਨਲ ਓਪੀਓਇਡ ਪਾਈ ਗਈ, ਜੋ ਕਿ ਮੈਥਾਮਫੈਟਾਮਾਈਨ ਅਤੇ ਕੋਕੇਨ ਨਾਲੋਂ ਦੁੱਗਣੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਇਹਨਾਂ ਦਵਾਈਆਂ ਦਾ ਮੁਨਾਫਾ ਸੰਚਲਿਤ ਅਨਿਯੰਤਰਿਤ ਬਾਜ਼ਾਰ ਮੌਜੂਦ ਹੈ, ਉਦੋਂ ਤੱਕ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਹੋਵੇਗਾ। ਅਪ੍ਰੈਲ 2016 ਦੇ ਵਿੱਚ ਇੱਕ ਪਬਲਿਕ ਹੈਲਥ ਐਮਰਜੈਂਸੀ ਐਲਾਨੀ ਗਈ ਤੇ ਕਰੋਨਰਸ ਸਰਵਿਸ ਮੁਤਾਬਕ ਉਦੋਂ ਤੋਂ ਘੱਟੋ-ਘੱਟ 12,000 ਤੋਂ ਵੱਧ ਬ੍ਰਿਟਿਸ਼ ਕੋਲੰਬੀਆ ਵਸਨੀਕਾਂ ਦੀ ਓਵਰਡੋਜ਼ ਨਾਲ ਜਾਨ ਜਾ ਚੁੱਕੀ ਹੈ। ਹੈਲਥ ਕੈਨੇਡਾ ਦੁਆਰਾ ਦਸੰਬਰ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2016 ਤੋਂ ਲੈ ਕੇ ਹੁਣ ਤੱਕ 32,000 ਤੋਂ ਵੱਧ ਕੈਨੇਡੀਅਨਸ ਦੀ ਅਜਿਹੀ ਜ਼ਹਿਰੀਲੀਆਂ ਦਵਾਈਆਂ ਦੀ ਓਵਰਡੋਜ਼ ਕਾਰਨ ਜਾਨ ਗਈ ਹੈ। 2022 ਦੇ ਪਹਿਲੇ 6 ਮਹੀਨਿਆਂ ਵਿੱਚ 3,500 ਤੋਂ ਵੱਧ ਲੋਕਾਂ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਇਹ ਅੰਕੜਾ ਪ੍ਰਤੀ ਦਿਨ ਲਗਭਗ 20 ਲੋਕਾਂ ਦੇ ਬਰਾਬਰ ਹੈ। ਗੈਰ ਕਾਨੂੰਨੀ ਫੈਂਟਨਲ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਅਹਿਮ ਕਾਰਨ ਬਣੀ ਹੋਈ ਹੈ। ਇਸ ਬਾਰੇ ਹੈਲਥ ਕੈਨੇਡਾ ਨੇ ਕਿਹਾ ਕਿ ਓਵਰਡੋਜ਼ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ 76% ਵਿੱਚ ਫੈਂਟਨਲ ਸ਼ਾਮਲ ਸੀ। ਹਾਲਾਂਕਿ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਵੱਧ ਗਿਣਤੀ ਵਿੱਚ ਇੱਕ ਤੋਂ ਵੱਧ ਨਸ਼ੀਲੇ ਪਦਾਰਥ ਸ਼ਾਮਲ ਹਨ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕਈ ਮੁੱਦੇ ਚੁੱਕੇ ਗਏ, ਜਿੱਥੇ ਉਹਨਾਂ ਨੇ ਵਿਦੇਸ਼ੀ ਦਖਲ-ਅੰਦਾਜ਼ੀ ਅਤੇ ਬਾਈ ਇਲੈਕਸ਼ਨ ਦੇ ਨਤੀਜਿਆਂ ਦਾ ਜ਼ਿਕਰ ਕੀਤਾ। ਜਗਮੀਤ ਸਿੰਘ ਵੱਲੋਂ ਇਸ ਦੌਰਾਨ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। People that are worried about their rent going up, they're worried about their mortgage going up. They're seeing all these costs go up and they're feeling like things are harder and harder. Their budgets being more and more squeezed. But at the same time, the CEOs of those companies, when they go into their grocery store or they pay their cell phone bill, the CEOs of those companies are making more money than ever before. So we're proposing a way to bring some more fairness in, a plan to bring in more fairness. So for Loblaws, for example, the CEO of Loblaws makes 431 times what the average worker makes. That is a massive imbalance. That is so out of balance. And we think about where we were just 25 years ago, the average ratio or proportion between the CEO and the average worker was around 100 times different.
between the worker and the CEO. And now it's 243 times. The gap has become wider and wider, and workers are falling behind. So what we're proposing is something that was introduced in the States, very similar, lots of support to this idea in the States by Senator Warren and Senator Bernie Sanders. And the idea is a tax on the excess salaries of CEOs. So the way that this would work is if a company is paying the CEO a massively disproportionate amount compared to the median income of the worker, they would have to pay more corporate tax. So in the example of Loblaws, they would have to pay about 4% more tax, corporate tax, to compensate for the fact that they are paying their CEO so much more than the median income of their worker. This will do a couple things. One, it would incentivize companies to increase the wages of their workers and lower that gap so they don't pay as much tax. And it is also a source of revenue. If we look at just 5 companies, so grocery store company Loblaws, the RBC, a big bank. ਅਮਰੀਕਾ ਦੇ ਸੂਬੇ ਵਿੱਚ ਭਿਆਨਕ ਤੂਫਾਨ ਵੱਲੋਂ ਦਸਤਕ ਦਿੱਤੀ ਗਈ, ਜਿੱਥੇ 4 ਜਾਣਿਆਂ ਦੀ ਮੌਤ ਹੋ ਗਈ ਤੇ 10 ਜ਼ਖਮੀ ਦੱਸੇ ਜਾ ਰਹੇ ਨੇ। ਇਸ ਤੂਫਾਨ ਕਾਰਨ ਭਾਰੀ ਨੁਕਸਾਨ ਪਹੁੰਚਿਆ, ਜਿੱਥੇ ਘਰ ਅਤੇ ਬਿਜ਼ਨੈਸਸ ਤਬਾਹ ਹੋਏ ਨੇ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਟੈਕਸਸ ਦੇ ਇਲਾਕਿਆਂ ਦੇ ਵਿੱਚ ਅਜਿਹਾ ਦੇਖਣ ਨੂੰ ਮਿਲਿਆ, ਜਿੱਥੇ ਟੋਰਨੇਡੋ ਕਾਰਨ ਵੱਡਾ ਨੁਕਸਾਨ ਹੋ ਗਿਆ। ਜਿਹੜੇ 7 ਜਾਣੇ ਜ਼ਖਮੀ ਹੋਏ, ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੌਜੂਦਾ ਸਮੇਂ ਉਹ ਜੇਰੇ ਇਲਾਜ ਹਨ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਕਿ 500 ਦੇ ਕਰੀਬ ਘਰ ਅਤੇ ਬਿਜ਼ਨਸ ਅਦਾਰੇ ਅਜਿਹੇ ਹਨ ਜਿਨ੍ਹਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਪਾਵਰ ਆਊਟੇਜ ਵੱਲੋਂ ਲਗਾਤਾਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਟੈਕਸਸ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਕਾਰਨ ਭਾਰੀ ਨੁਕਸਾਨ ਪਹੁੰਚਿਆ। ਟੈਕਸਸ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਵੱਲੋਂ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕੁਝ ਹਿੱਸੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਤੇ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨੇਬਰਸਕਾ, ਕੋਲੋਰਾਡੋ, ਟੈਕਸਸ, ਵਿਓਮਿੰਗ ਦੇ ਵਿੱਚ ਟੋਰਨੇਡੋ ਦੇ ਬਾਰੇ ਜਾਣਕਾਰੀ ਮਿਲ ਰਹੀ ਹੈ। ਇਸ ਤੋਂ ਇਲਾਵਾ ਲਗਾਤਾਰ ਮੌਸਮ ਵਿਭਾਗ ਵੱਲੋਂ ਵੀ ਅਪਡੇਟ ਦਿੱਤੀ ਜਾ ਰਹੀ ਹੈ। ਅਮਰੀਕਾ ਮੈਕਸੀਕੋ ਬਾਰਡਰ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ ਘੱਟ ਹੋਈ ਹੈ। ਇਸ ਦੇ ਬਾਵਜੂਦ ਵੀ ਬਾਈਡਨ ਪ੍ਰਸ਼ਾਸਨ ਨੂੰ ਬਾਰਡਰ ਦੇ ਮੁੱਦੇ ਦੇ ਉੱਪਰ ਲਗਾਤਾਰ ਘੇਰਿਆ ਜਾ ਰਿਹਾ ਹੈ। ਜੀ ਹਾਂ, ਹਾਲ ਹੀ ਦੇ ਵਿੱਚ ਜੋ ਕੋਰਟ ਫਾਈਲਿੰਗਸ ਸਾਹਮਣੇ ਆਈਆਂ, ਉਹਨਾਂ ਤੋਂ ਪਤਾ ਚੱਲਿਆ ਹੈ ਕਿ ਪਹਿਲਾਂ ਦੇ ਮੁਕਾਬਲੇ ਬਾਰਡਰ ਪਾਰ ਕਰਕੇ ਅਸਾਈਲਮ ਮੰਗਣ ਵਾਲਿਆਂ ਦਾ ਆંકੜਾ ਹੇਠਾਂ ਆਇਆ ਹੈ। ਕੋਰਟ ਫਾਈਲਿੰਗਸ ਦੇ ਆંકੜਿਆਂ ਮੁਤਾਬਕ ਸਾਲ 2014 ਤੋਂ ਸਾਲ 2019 ਵਿਚਕਾਰ 93% ਅਡਲਟਸ ਵੱਲੋਂ ਅਸਾਈਲਮ ਦੀ ਮੰਗ ਕੀਤੀ ਗਈ, ਜਦਕਿ ਮੌਜੂਦਾ ਸਮੇਂ ਇਹ ਆંકੜਾ 46% ਦਾ ਦੱਸਿਆ ਜਾ ਰਿਹਾ ਹੈ। ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਦੱਸਣ ਮੁਤਾਬਕ ਟਾਈਟਲ 42 ਖਤਮ ਹੋਣ ਤੋਂ ਬਾਅਦ ਹੁਣ ਰੋਜ਼ਾਨਾ 3500 ਦੇ ਕਰੀਬ ਲੋਕ ਬਾਰਡਰ ਪਾਰ ਕਰ ਰਹੇ ਹਨ, ਜਦਕਿ ਪਹਿਲਾਂ ਇਹ ਆંકੜਾ 10,000 ਤੱਕ ਵੀ ਪਹੁੰਚ ਗਿਆ ਸੀ। ਇੱਥੇ ਵੀ ਦੱਸਣਯੋਗ ਹੈ ਕਿ ਬਾਈਡਨ ਪ੍ਰਸ਼ਾਸਨ ਵੱਲੋਂ 11 ਮਈ ਤੋਂ ਬਾਰਡਰ ਦੇ ਉੱਪਰ ਸਖਤੀ ਲਾਗੂ ਕੀਤੀ ਗਈ ਹੈ, ਜਿੱਥੇ ਟਾਈਟਲ 8 ਲਗਾਇਆ ਗਿਆ। ਪੈਨਸਿਲਵੇਨੀਆ ਸਟੇਟ ਪੁਲਿਸ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਇੱਕ ਟਰੋਪਰ ਦੀ ਮੌਤ ਦੇ ਬਾਰੇ ਦੱਸਿਆ। ਪ੍ਰੈਸ ਬਰੀਫਿੰਗ ਦੇ ਵਿੱਚ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਤੁਹਾਨੂੰ ਦੱਸਾਂਗੇ ਕਿ ਉਹਨਾਂ ਵੱਲੋਂ ਕਿਹਾ ਗਿਆ। It drove through the parking lot and it was noted on the closed circuit video surveillance by people inside of the barracks, which was occupied at the time. Mr. Stein got out of his vehicle and fired several rounds from a long rifle into marked patrol cars. Obviously, this garnered the attention of the members who were attempting to provide the services that we do all across the Commonwealth. Mr. Stein then got back into his truck and drove away. We were able to identify him and we immediately began a search. We activated a major case team and other department assets to include one of our helicopters to aid in that search of attempting to locate Mr. Stein. Lieutenant Wagner was serving as the officer of the day for Troop G. So Troop G is headquartered in Hollidaysburg. It's made up of several counties in the mid-state. Lieutenant Wagner serves as the station commander of Bedford Barracks, as I discussed. The role of the officer of the day in the state police is to serve either in a station commander or commissioned officer role to supervise operations during what would be considered off regular hours. So Lieutenant Wagner was leading from the front
making sure that the operations were running smoothly in Troop G when this situation unfolded at approximately 11 a.m. Lieutenant Wagner joined the search for Mr. Stein. ਮਾਹਰਾਂ ਵੱਲੋਂ ਹਾਊਸਿੰਗ ਸੰਕਟ ਦੀ ਗੱਲ ਕੀਤੀ ਗਈ ਹੈ, ਜਿੱਥੇ ਉਨ੍ਹਾਂ ਕਿਹਾ ਕਿ ਹਾਊਸਿੰਗ ਸੰਕਟ ਵਾਸਤੇ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾਉਣਾ ਅਸਲ ਸਮੱਸਿਆ ਤੇ ਪਰਦਾ ਪਾਉਣਾ ਹੈ। ਜੀ ਹਾਂ, ਜਦੋਂ ਵੀ ਕੈਨੇਡਾ ਵਿੱਚ ਹਾਊਸਿੰਗ ਸੰਕਟ ਬਾਰੇ ਗੱਲ ਹੁੰਦੀ ਹੈ ਤਾਂ ਵੱਧਦੀ ਇਮੀਗ੍ਰੇਸ਼ਨ ਦੀ ਦਲੀਲ ਆਮ ਹੀ ਦਿੱਤੀ ਜਾਂਦੀ ਹੈ। ਜੇਕਰ ਕੈਨੇਡਾ ਇੱਥੇ ਮੌਜੂਦ ਲੋਕਾਂ ਨੂੰ ਘਰ ਨਹੀਂ ਦੇ ਸਕਦਾ ਤਾਂ ਸਾਨੂੰ ਹੋਰ ਲੋਕਾਂ ਨੂੰ ਦੇਸ਼ ਵਿੱਚ ਬੁਲਾਉਣਾ ਰੋਕਣਾ ਚਾਹੀਦਾ ਹੈ। ਕੈਨੇਡਾ ਦੀ ਆਬਾਦੀ 40 ਮਿਲੀਅਨ ਦਾ ਆંકੜਾ ਪਾਰ ਕਰ ਗਈ ਹੈ, ਜਿਸ ਵਿੱਚ ਪਿਛਲੇ ਸਾਲ ਦੌਰਾਨ ਤਕਰੀਬਨ ਸਾਰਾ ਹੀ ਆਬਾਦੀ ਵਾਧਾ ਇਮੀਗ੍ਰੇਸ਼ਨ ਕਾਰਨ ਹੋਇਆ। ਫੈਡਰਲ ਸਰਕਾਰ ਨੇ ਸਾਲ 2025 ਤੱਕ ਕੈਨੇਡਾ ਅੰਦਰ ਸਾਲਾਨਾ 5 ਲੱਖ ਪ੍ਰਵਾਸੀ ਸੱਦਣ ਦਾ ਟਾਰਗੇਟ ਮਿੱਥਿਆ ਹੈ। ਇਸ ਤਰੀਕੇ ਕੈਨੇਡਾ ਵਿੱਚ ਨਵੇਂ ਪ੍ਰਵਾਸੀਆਂ ਦੀ ਆਮਦ ਇੱਕ ਵਰਦਾਨ ਹੈ, ਖਾਸ ਤੌਰ ਤੇ ਉੱਪਰ ਜਿਸ ਵੇਲੇ ਕੈਨੇਡਾ ਦੀ ਆਬਾਦੀ ਬੁੱਢੀ ਹੋ ਰਹੀ ਹੈ ਤੇ ਦੇਸ਼ ਵਿੱਚ ਕਾਮਿਆਂ ਦੀ ਵੀ ਘਾਟ ਹੈ। ਬਹੁਤ ਸਾਰੇ ਅਰਥਸ਼ਾਸਤਰੀਆਂ ਦਾ ਅੰਦਾਜ਼ਾ ਹੈ ਕਿ ਜੇਕਰ ਨਵੇਂ ਪ੍ਰਵਾਸੀਆਂ ਨੇ ਇੰਨੀ ਤਾਦਾਦ ਵਿੱਚ ਆਮਦ ਨਾ ਹੁੰਦੀ ਤਾਂ ਕੈਨੇਡੀਅਨ ਆਰਥਿਕਤਾ ਨੂੰ ਬਰਕਰਾਰ ਰੱਖਣਾ ਮੁਸ਼ਕਿਲ ਹੋ ਜਾਂਦਾ। ਸੱਭਿਆਚਾਰਕ ਤੌਰ ਤੇ ਇਮੀਗ੍ਰੈਂਟਸ ਕੈਨੇਡੀਅਨ ਸਮਾਜ ਦੀ ਨਵੀਨਤਾ ਅਤੇ ਵੰਨ ਸਬੰਨਤਾ ਵਿੱਚ ਵੀ ਯੋਗਦਾਨ ਪਾਉਂਦੇ ਨੇ, ਪਰ ਇਹ ਵਿਕਾਸ ਅਜਿਹੇ ਸਮੇਂ ਤੇ ਹੋ ਰਿਹਾ ਹੈ ਜਦੋਂ ਜ਼ਿਆਦਾਤਰ ਸ਼ਹਿਰਾਂ ਵਿੱਚ ਬਹੁਤ ਥੋੜੀ ਹਾਊਸਿੰਗ ਉਪਲਬਧ ਹੈ ਤੇ ਉਹ ਵੀ ਕਾਫੀ ਮਹਿੰਗੀ ਹੈ। ਇਮੀਗ੍ਰੇਸ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਹਾਊਸਿੰਗ ਸੰਕਟ ਵਾਸਤੇ ਇਮੀਗ੍ਰੈਂਟਸ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ। ਅਕਸਰ ਸਰਕਾਰ ਤੇ ਸਮਾਜ ਦੀ ਸਫਲਤਾ ਵਾਸਤੇ ਇਮੀਗ੍ਰੈਂਟਸ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ। ਐਕਸਪਰਟਸ ਨੇ ਫੈਡਰਲ ਸਰਕਾਰ ਵੱਲੋਂ ਵੱਡੇ ਟਾਰਗੇਟ ਮਿੱਥਣ ਦੌਰਾਨ ਆਬਾਦੀ ਦੇ ਵਾਧੇ ਦੇ ਅਨੁਕੂਲ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਵਿੱਚ ਸਰਕਾਰ ਦੇ ਅਸਫਲ ਰਹਿਣ ਦੀ ਗੱਲ ਕੀਤੀ। ਬਹੁਤ ਸਾਰੇ ਲੋਕ ਇਸ ਬਾਰੇ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਹਨ, ਜਿਨ੍ਹਾਂ ਵੱਲੋਂ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਕੈਨੇਡਾ ਸਰਕਾਰ ਨੇ ਜਦੋਂ ਨਵੰਬਰ 2022 ਦੇ ਵਿੱਚ 5 ਲੱਖ ਇਮੀਗ੍ਰੈਂਟਸ ਸਾਲਾਨਾ ਦੀ ਨਵੀਂ ਟਾਰਗੇਟ ਦਾ ਐਲਾਨ ਕੀਤਾ ਤਾਂ ਉਦੋਂ ਵੀ ਇਹੀ ਤਰਕ ਦਿੱਤਾ ਸੀ ਕਿ ਕੈਨੇਡੀਅਨ ਆਰਥਿਕਤਾ ਨੇ ਮਹਾਮਾਰੀ ਤੋਂ ਉਭਰਨ ਦੇ ਯੋਗ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਕਾਰਨ ਇਮੀਗ੍ਰੈਂਟਸ ਹਨ ਤੇ ਉਹ ਦੇਸ਼ ਦੀ ਖੁਸ਼ਹਾਲੀ ਦਾ ਇੱਕ ਵੱਡਾ ਅੰਗ ਹੈ। ਫੈਡਰਲ ਸਰਕਾਰ ਮੁਤਾਬਕ ਕੈਨੇਡਾ ਵਿੱਚ ਕਾਮਯਾਬੀ ਵਿਕਾਸ ਅੰਦਰ ਤਕਰੀਬਨ 100% ਦੀ ਹਿੱਸਾ ਇਮੀਗ੍ਰੇਸ਼ਨ ਦਾ ਹੈ। ਇਸ ਸਾਲ 2032 ਤੱਕ ਦੇਸ਼ ਦੀ ਆਬਾਦੀ ਵਿਕਾਸ ਦਰ ਵਿੱਚ ਤਕਰੀਬਨ 100% ਦੀ ਯੋਗਦਾਨ ਇਮੀਗ੍ਰੇਸ਼ਨ ਦਾ ਹੋਵੇਗਾ। ਹਾਊਸ ਆਫ ਕਾਮਨਸ ਨੇ ਐਮਪੀਜ਼ ਦੀ ਵਰਚੁਅਲ ਹਾਜ਼ਰੀ ਅਤੇ ਵੋਟਿੰਗ ਨੂੰ ਪਰਮਾਨੈਂਟ ਬਣਾਉਣ ਦਾ ਮਤਾ ਪਾਸ ਕੀਤਾ ਹੈ। ਜੀ ਹਾਂ, ਹਾਊਸ ਆਫ ਕਾਮਨਸ ਵੱਲੋਂ ਕੋਵਿਡ-19 ਦੌਰਾਨ ਅਪਣਾਏ ਗਏ ਹਾਈਬ੍ਰਿਡ ਮਾਡਲ ਨੂੰ ਬਰਕਰਾਰ ਰੱਖਣ ਸੰਬੰਧੀ ਪ੍ਰਸਤਾਵ ਮਨਜ਼ੂਰ ਕਰ ਲਿਆ ਗਿਆ। ਇਸ ਦਾ ਮਤਲਬ ਹੈ ਕਿ ਐਮਪੀਜ਼ ਹੁਣ ਪਾਰਲੀਮੈਂਟ ਦੀਆਂ ਬੈਠਕਾਂ ਤੇ ਕਮੇਟੀ ਮੀਟਿੰਗਾਂ ਵਿੱਚ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋ ਸਕਣਗੇ ਤੇ ਐਪ ਰਾਹੀਂ ਵੋਟਿੰਗ ਵੀ ਕਰ ਸਕਦੇ ਹਨ। ਗਵਰਨਮੈਂਟ ਹਾਊਸ ਲੀਡਰ ਮਾਰਕ ਮਤੇ ਤੇ ਜ਼ਿਆਦਾਤਰ ਲਿਬਰਲ ਅਤੇ ਐਨਡੀਪੀ ਐਮਪੀਜ਼ ਨੇ ਸਮਰਥਨ ਦਿੱਤਾ ਤੇ ਇਹ ਮਤਾ 171 ਤੋਂ 137 ਦੇ ਫਰਕ ਨਾਲ ਪਾਸ ਹੋ ਗਿਆ। ਜ਼ਿਆਦਾਤਰ ਕੰਜ਼ਰਵੇਟਿਵ ਅਤੇ ਬਲਾਕ ਕਿਊਬਿਕ ਦੇ ਪਾਰਲੀਮੈਂਟ ਮੈਂਬਰਾਂ ਨੇ ਇਸ ਖਿਲਾਫ ਵੋਟ ਪਾਈ। ਦੱਸਿਆ ਜਾ ਰਿਹਾ ਕਿ ਐਮਪੀਜ਼ ਪਾਰਲੀਮੈਂਟ ਦੇ ਵਿੱਚ ਆਪਣੇ ਕੰਮ ਜਾਰੀ ਰੱਖਣ ਦੇ ਨਾਲ-ਨਾਲ ਆਪਣੇ ਹਲਕੇ ਵਿੱਚ ਮਹੱਤਵਪੂਰਨ ਸਮਾਗਮਾਂ ਅੰਦਰ ਸ਼ਾਮਿਲ ਹੋਣ ਜਾਂ ਫਿਰ ਨਿੱਜੀ ਤੇ ਪਰਿਵਾਰਕ ਮਾਮਲਿਆਂ ਨਾਲ ਨਜਿੱਠਣ ਦੇ ਵੀ ਯੋਗ ਹੋਣੇ ਚਾਹੀਦੇ ਨੇ। ਉਨ੍ਹਾਂ ਦਲੀਲ ਦਿੱਤੀ ਕਿ ਇਸ ਨਾਲ ਨੌਜਵਾਨ ਮਾਪਿਆਂ ਵਿੱਚ ਪਾਰਲੀਮੈਂਟ ਦਾ ਹਿੱਸਾ ਬਣਨ ਲਈ ਦਿਲਚਸਪੀ ਵਧੇਗੀ। ਵਿਰੋਧੀਆਂ ਦਾ ਤਰਕ ਹੈ ਕਿ ਪਾਰਲੀਮੈਂਟ ਦੀ ਵਿਅਕਤੀਗਤ ਜਾਣੀ ਕਿ ਇਨ ਪਰਸਨ ਕਾਰਵਾਈਆਂ ਦੇ ਵਿੱਚ ਬਿਹਤਰ ਫੈਸਲਾ ਅਤੇ ਬਹਿਸਾਂ ਹੁੰਦੀਆਂ ਨੇ, ਜਦਕਿ ਵਰਚੁਅਲ ਸੁਣਵਾਈਆਂ ਦੁਭਾਸ਼ਾਈ ਲੋਕਾਂ ਦੀ ਸਹਿਮਤੀ ਵਾਸਤੇ ਮਹਿੰਗੀਆਂ ਹੁੰਦੀਆਂ ਨੇ। ਹਾਈਬ੍ਰਿਡ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਅਨੁਵਾਦਕਾਂ ਦਾ ਸੁਣਨ ਵਿੱਚ ਸਮੱਸਿਆ ਦੇ ਮਾਮਲਿਆਂ ਅੰਦਰ ਵਾਧਾ ਹੋਇਆ। ਫਰਵਰੀ ਵਿੱਚ ਇੱਕ ਟ੍ਰਿਬਿਊਨਲ ਨੇ ਫੈਸਲਾ ਲਿਆ ਸੀ ਕਿ ਕੰਮਕਾਜ ਵਾਲੀ ਥਾਂ ਦੇ ਉੱਪਰ ਸੱਟਾਂ ਤੋਂ ਰੱਖਿਆ ਕਰਨ ਵਿੱਚ ਅਸਫਲ ਹੋ ਕੇ ਸਰਕਾਰ ਨੇ ਲੇਬਲ ਕੋਡ ਦੀ ਉਲੰਘਣਾ ਕੀਤੀ ਹੈ। ਵਰਚੁਅਲ ਬੈਠਕਾਂ ਦੌਰਾਨ ਕਮੇਟੀ ਅੱਗੇ ਪੇਸ਼ ਹੋਣ ਵਾਲਿਆਂ ਅਤੇ ਐਮਪੀਜ਼ ਦੁਆਰਾ ਵਰਤੇ ਗਏ ਹੈਡਸੈਟਾਂ ਤੇ ਮਾਈਕਰੋਸਾਫਟਾਂ ਨੂੰ ਮਿਆਰੀ ਬਣਾਉਣ ਵਾਸਤੇ ਨਵੇਂ ਨਿਯਮ ਵੀ ਬਣਾਏ ਗਏ ਨੇ। ਟਰੂਡੋ ਦੇ ਮੰਤਰੀ ਦੇ ਉੱਪਰ ਵਿਰੋਧੀ ਧਿਰ ਦੇ ਆਗੂ ਵੱਲੋਂ ਨਿਸ਼ਾਨੇ ਸਾਧੇ ਗਏ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਮਾਰਕੋ ਮੈਡੀਚੀਨੋ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਇਸ ਗੱਲ ਨੂੰ ਲੈ ਕੇ ਕਿਉਂ ਆਵਾਜ਼ ਚੁੱਕੀ ਗਈ ਹੈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। Of hearing Paul Bernardo's name, they all remember his horrific and monstrous crimes. That they learned that this government decided to free this monster from maximum security prison and allow him to go to medium security, where he'd be able to interact with other people, have visitors, and enjoy other liberties. Now, this minister claimed this was all a big surprise to him. However, we learned today that his office knew in early March and was informed again in May. In other words, he did know, and what he said was false. Will he resign? Mr. Speaker, nothing could be further from the truth. As I said earlier, I was informed on May 30th
the day after Paul Bernardo was physically transferred to a medium security institution. And at that time, I took immediate action expressing the concerns of the families of Leslie Mahaffey and Kristen French to the Commissioner. There is an internal review process. I have also made it clear to my staff that this should have been briefed immediately. Corrective steps have been taken. I have dealt with it, and we will now always defend the rights of victims. Mr. Speaker, now he's throwing his staff under the bus. His office admits that they found out on March the 2nd, 3 months before the minister claimed to be shocked by the news. If his staff had really kept a secret from him of this enormity, he would have fired them a long time ago. But he hasn't, because he knows and they know that he knew way back then. So will he do the only honorable thing that is left for him to do and resign? Mr. Speaker, I invite the Leader of the Conservative Party to repeat that allegation outside of the House. I will absolutely reject it. I knew on May 30th... 2 seconds. Mr. Speaker, it is the Leader of the Conservative Party of Canada who misleads this House when he impugns my knowledge before May 30th. I have made it absolutely clear that that was the day on which I found out. ਕੈਨੇਡਾ ਤੇ ਅਮਰੀਕਾ ਵੱਲੋਂ ਇੱਕ ਮੁੱਦੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਵਾਈਲਡਫਾਇਰ ਕਾਰਪੋਰੇਸ਼ਨ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ ਹੈ। ਇਸ ਮੌਕੇ ਦੇ ਉੱਪਰ ਫੈਡਰਲ ਮਿਨਿਸਟਰ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। We have seen communities that have been evacuated, homes and businesses destroyed, and vast areas burned. And we have certainly undertaken action to try to ensure that Canada is as prepared as possible for what is happening this year and what we expect will continue to happen in years to come. We have been training 1,000 new firefighters. I announced 300 Indigenous firefighters and 125 fire guardians through pilots that we have undertaken just last month. We are also supporting provinces and territories to get the equipment that they are going to need. Ces équipements comprennent des éléments tels que les tuyaux, l'avionique, les équipements de communication avancés et d'autres encore. But climate change, as we all know, is a global issue. Its impact requires a global response. Countries are increasingly working together with each other when they are faced with extreme weather events. Certainly, Canada has participated when needed. We, for example, sent 160 Canadian personnel to Australia during the 2019-2020 period. And certainly for decades, Canada and the United States have both received and deployed firefighting support to one another most years. La réciprocité internationale signifie s'entraider en cas de besoin. That is why I am certainly pleased to have met with Ambassador Cohen this morning to sign a memorandum of understanding between Canada and the United States. Nous sommes des alliés, des partenaires, des voisins. Nous nous soutenons mutuellement lorsque c'est nécessaire. This MOU will increase the ease of cross-border support and modernize many existing agreements. It makes our support, our reciprocal support, more efficient. It will enhance our ability to fight wildland fires. It sets out procedures for the exchange of these resources. It establishes a framework that encourages mutual assistance and cooperation. ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਬਾਰੇ ਵੱਡੀ ਖਬਰ, ਧੋਖਾ ਕਰਨ ਵਾਲੇ ਏਜੰਟ ਨੂੰ ਕੀਤਾ ਗ੍ਰਿਫਤਾਰ। ਹਰਦੀਪ ਸਿੰਘ ਨਿੱਜਰ ਦਾ ਅੰਤਿਮ ਸੰਸਕਾਰ, ਸੰਗਤਾਂ ਨੇ ਦਿੱਤੀ ਸ਼ਰਧਾਂਜਲੀ। ਵੱਧ ਭਾਰਤੀ ਕੈਨੇਡਾ ਵਿੱਚ ਨਹੀਂ ਹਨ PR, ਕਿਉਂ? ਵੱਧ ਭਾਰਤੀਆਂ ਨੂੰ ਨਹੀਂ ਮਿਲੀ ਕੈਨੇਡਾ ਦੀ PR। ਨਸ਼ੇ ਦੇ ਲਈ 1000 ਤੋਂ ਵੱਧ ਲੋਕਾਂ ਦੀ ਜਾਨ, ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਆਈ ਜਾਣਕਾਰੀ।